BA1 बेटा अज ਆਪਾਂ अपनी सैकेंड यूनिट शुरू करन जा रहे हैं विच इज़ वेरी इंपॉर्टेंट। ਇਹਦਾ ਪਹਿਲਾ ਚੈप्टर है राइट्स एंड ड्यूटी मीनिंग टाइप्स एंड को रिलेशन बिटवीन दी टू कि राइट्स का मीनिंग की होंदा है, ਇਹਦੀ ਡੈਫੀਨੇਸ਼ਨ ਕੀ ਹੈ, ਇਹਦੇ ਕਿਹੜੇ ਤਰ੍ਹਾਂ ਦੇ ਟਾਈਪਸ ਨੇ ਤੇ ਇਹ ਡਿਊਟੀਜ਼ ਨਾਲ ਕਿਸ ਤਰ੍ਹਾਂ ਕੋਰਿਲੇਟ ਕਰਦਾ ਹੈ। इन सिंपल मीनिंग वी कैन से दैट वट डू यू मीन बाय द राइट्स। अधिकार की होंदे ने? अधिकार ਆਪਾਂ ਕਹਿੰਦੇ ਨੇ कि ਉਹ ਚੀਜ਼ਾਂ ਹੁੰਦੀਆਂ ਨੇ ਜਾਂ ਉਹ ਡਿਮਾਂਡਸ ਹੁੰਦੀਆਂ ਨੇ ਜਿਹੜਾ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹੁੰਦੀਆਂ ਨੇ। ਸਿੰਪਲ ਅਗਰ ਆਪਾਂ ਗੱਲ ਕਰੀਏ ਅਧਿਕਾਰਾਂ ਦੀ, ਠੀਕ ਹੈ। ਲੇਕਿਨ ਪੋਲੀਟੀਕਲ ਸਾਇੰਸ ਦੀ ਲੈਂਗੁਏਜ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਅਧਿਕਾਰਾਂ ਦੀ ਕਿਉਂ ਜ਼ਰੂਰਤ ਹੈ, ਵਾਈ ਵੀ ਨੀਡ ਦ ਰਾਈਟਸ। ਸਭ ਤੋਂ ਪਹਿਲਾਂ ਹੈ ਪ੍ਰੋਫੈਸਰ ਲਾਸਕੀ ਨੇ ਕਿਹਾ ਹੈ ਕਿ ਰਾਈਟਸ ਜਿਹੜੇ ਹੈਗੇ ਨੇ ਜਾਂ ਰਾਜ ਜਿਹੜਾ ਹੈਗਾ ਉਹ ਆਪਣੇ ਦਿੱਤੇ ਗਏ ਅਧਿਕਾਰਾਂ ਤੋਂ ਪਹਿਚਾਣਿਆ ਜਾਂਦਾ ਹੈ। ਇੱਕ ਸਟੇਟ ਜਿਹੜਾ ਹੈਗਾ ਉਹ ਕਿੰਨਾ ਕੁ ਡਿਵੈਲਪਡ ਹੈ, ਕਿੰਨੀ ਤਰ੍ਹਾਂ ਦੀ ਉਹ ਡਿਵੈਲਪਮੈਂਟ ਕਰ ਰਿਹਾ ਹੈ ਜਾਂ ਕਿਸ ਲੈਵਲ ਦਾ ਉਹ ਸਟੇਟ ਹੈ, ਇਹ ਕਿੱਥੋਂ ਪਤਾ ਲੱਗਦਾ ਹੈ? ਜਿਹੜੇ ਉਹਨੇ ਆਪਣੇ ਅਧਿਕਾਰ ਦਿੱਤੇ ਗਏ ਨੇ ਆਪਣੇ ਸਿਟੀਜ਼ਨਸ ਨੂੰ। So according to the Lasky, he said that the state is known by the rights it maintains। ठीक है, उस तो बाद आंदा है टू एस्पैक्ट्स ऑफ राइट। अधिकारां दे दो पहलू होंदे ने बेटा, एक तो है पर्सनल एस्पैक्ट ते एक सोशल एस्पैक्ट, निजी पहलू या समाजिक पहलू। निजी पहलू वो क्वाइट ऑबवियस जो एक व्यक्ति दे निजी पहलू नाल जुड़िया होया है, जो उसके निजी अधिकारां नाल जुड़िया है, जिवें विद्या का अधिकार, काम करन दा अधिकार, पैसे कमाउण दा अधिकार, ठीक है, ये उहदे पर्सनल एस्पैक्ट नाल जुड़िया होया है। सोशल एस्पैक्ट किहड़ा हुंदा है? विचार प्रगट करन दा अधिकार, चुनाव लड़न दा अधिकार, है ना, ते ये सारे अधिकार ने जो किते ना किते उहदे सोशल जिहड़ा वैलफेयर है उहदे नाल रिलेटेड होंदे, दैट इज़ कॉल्ड अ समाजिक पहलू। सो निजी पहलू की हुंदा है? अधिकारां दा निजी पहलू का अर्थ ये है कि अधिकार व्यक्ति के निजी विकास के लिए जरूरी हैं, जे हाँ कि काम करन दा अधिकार, विद्या प्राप्ति का अधिकार आदि। सोशल एस्पैक्ट अधिकार दे समाजिक पहलू का अर्थ है कि समाज अधिकार समाजिक विकास के नाल भी जुड़े हुए हैं। जिवें एक लोकतंत्रिक स्टेट के लिए, लोकतंत्रिक राज्य के लिए ये जरूरी है कि व्यक्ति नूं चुनाव लड़न का अधिकार दिता जाए, वोट पाउण का अधिकार दिता जाए ते अपने विचार प्रगट करन का अधिकार दिता जाए। ठीक है, अधिकारां दा मीनिंग तुसीं की लिखना हुण ਉਹ ਤੁਸੀਂ ਇੱਥੋਂ ਸ਼ੁਰੂ ਕਰਨਾ ਹੈ ਕਿ ਅਧਿਕਾਰ ਮਨੁੱਖ ਦੇ ਉਹ ਉਚਿਤ ਦਾਅਵੇ ਜਾਂ ਮੰਗਾਂ ਹਨ ਜਿਹੜੀਆਂ ਕਿ ਉਸ ਦੇ ਵਿਕਾਸ ਦੇ ਲਈ ਜ਼ਰੂਰੀ ਹਨ। ਮੀਨਸ ਰਾਈਟਸ ਆਰ ਦੋਜ਼ ਡਿਮਾਂਡ ਵਿਚ ਆਰ ਵੈਰੀ ਇੰਪੋਰਟੈਂਟ ਔਰ ਵਿਚ ਆਰ ਕੰਪਲਸਰੀ ਟੂ ਡਿਵੈਲਪਮੈਂਟ ਆਫ ਦੀ ਪਰਟੀਕੂਲਰ ਪੀਪਲ ਐਂਡ ਸਮਾਜ ਉਹਨਾਂ ਉਚਿਤ ਦਾਅਵਿਆਂ ਜਾਂ ਮੰਗਾਂ ਨੂੰ ਪ੍ਰਵਾਨ ਕਰਦਾ ਹੈ, ਸਟੇਟ ਵੱਲੋਂ ਉਹ ਐਕਸੈਪਟ ਕੀਤੀਆਂ ਜਾਂਦੀਆਂ ਹੈ ਅਤੇ ਰਾਜ ਉਹਨਾਂ ਦੀ ਰਾਖੀ ਵੀ ਕਰਦਾ ਹੈ। ਮੀਨਸ ਸਟੇਟ ਜਿਹੜੀ ਹੈਗੀ ਹੈ ਜਾਂ ਜਿਹੜੀ ਸਟੇਟ ਹੈ ਉਹ ਸਾਡੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਤੁਸੀਂ ਕੀ ਲਿਖੋਗੇ ਬੇਟਾ ਅਗਰ ਤੁਹਾਨੂੰ ਪੇਪਰ ਦੇ ਵਿੱਚ ਆ ਗਿਆ ਵਟ ਡੂ ਯੂ ਮੀਨ ਬਾਈ ਦੀ ਰਾਈਟਸ? ਤਾਂ ਰਾਈਟਸ ਜਿਹੜੇ ਹੈਗੇ ਨੇ, ਰਾਜ ਜਿਹੜੇ ਅਧਿਕਾਰ ਨੇ, ਇਹ ਉਹ ਉਚਿਤ ਦਾਅਵੇ ਹਨ ਜਾਂ ਮੰਗਾਂ ਹਨ ਜਿਹੜੀਆਂ ਵਿਅਕਤੀ ਦੇ ਵਿਕਾਸ ਦੇ ਲਈ ਜ਼ਰੂਰੀ ਹਨ। ਸਟੇਟ ਇਹਨਾਂ ਡਿਮਾਂਡਸ ਨੂੰ ਜਿਹੜਾ ਐਕਸੈਪਟ ਕਰਦਾ ਹੈ, ਅਪਣਾਉਂਦਾ ਹੈ ਅਤੇ ਇਹਨਾਂ ਦੀ ਰਾਖੀ ਕਰਦਾ ਹੈ। ਅਤੇ ਇਹਦੇ ਵਿੱਚ ਬੇਟੀਆਂ ਦੋ ਡੈਫੀਨੇਸ਼ਨ ਜਿਹੜੀਆਂ ਹੈਗੀਆਂ ਉਹ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਕੋਈ ਵੀ ਜਿਹੜੀ ਤੁਹਾਨੂੰ ਈਜ਼ੀ ਲੱਗਦੀ ਹੈ ਯਾਦ ਕਰਨੀ ਹੈ। ਉਸ ਤੋਂ ਬਾਅਦ ਆਉਂਦਾ ਹੈ ਬੇਟਾ ਨੇਚਰ ਐਂਡ ਕਰੈਕਟਰਿਸਟਿਕਸ ਆਫ ਦੀ ਰਾਈਟਸ। ਅਧਿਕਾਰ ਜਾਂ ਸਰੂਪ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ। ਨੰਬਰ 1, ਰਾਈਟਸ ਆਰ ਪੋਸੀਬਲ ਓਨਲੀ ਇਨ ਦ ਸੋਸਾਇਟੀ। ਅਧਿਕਾਰ ਕੇਵਲ ਸਮਾਜ ਵਿੱਚ ਰਹਿ ਕੇ ਹੀ ਸੰਭਵ ਹਨ। ਕਿਤੇ ਵੀ ਜੰਗਲ 'ਚ ਚਲੇ ਜਾਓ ਬੇਟਾ, ਉੱਥੇ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਹੁੰਦਾ। ਜਿਵੇਂ ਹੁਣ ਸਪੋਜ਼ ਕਰੋ ਕਿ ਜੰਗਲ ਦੇ ਵਿੱਚ ਸ਼ੇਰ ਸਾਹਮਣੇ ਆ ਗਿਆ ਅਤੇ ਤੁਸੀਂ ਤਾਂ ਉਹਨੂੰ ਇਹ ਥੋੜ੍ਹਾ ਨਾ ਕਰੋਗੇ ਕਿ ਮੈਨੂੰ ਜੀਣ ਦਾ ਅਧਿਕਾਰ ਹੈ ਤਾਂ ਮੈਨੂੰ ਕੁਛ ਨਾ ਕਰ, ਪੋਸੀਬਲ ਨਹੀਂ ਹੈ ਨਾ। ਸੋ ਇਸੀ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਟੇਟ ਜਿਹੜੀ ਹੈਗੀ ਆ ਉਹ ਤੁਹਾਨੂੰ ਅਧਿਕਾਰ ਦਿੰਦੀ ਹੈ ਅਤੇ ਉਹਨਾਂ ਦੀ ਰਕਸ਼ਾ ਵੀ ਕਰਦੀ ਹੈ। ਇਸ ਕਰਕੇ ਅਧਿਕਾਰ ਜਿਹੜੇ ਹੈਗੇ ਨੇ ਦੇ ਆਰ ਓਨਲੀ ਪੋਸੀਬਲ ਇਨ ਦਾ ਸੋਸਾਇਟੀ। ਉਸ ਤੋਂ ਬਾਅਦ ਹੈ ਰਾਈਟਸ ਆਰ ਕਲੇਮਸ ਆਫ ਦੀ ਇੰਡੀਵਿਜੂਅਲ। ਅਧਿਕਾਰ ਵਿਅਕਤੀ ਦੇ ਦਾਅਵੇ ਹੁੰਦੇ ਹਨ। ਕਿਉਂਕਿ ਵਿਅਕਤੀ ਜਿਹੜਾ ਹੈਗਾ ਇਹਨੂੰ ਕੋਈ ਸੰਸਥਾ ਨਹੀਂ ਦਿੰਦੀ ਬੇਟਾ, ਇਹਨੂੰ ਕੋਈ ਜਿਹੜਾ ਹੈਗਾ ਕੋਈ ਵੀ ਦੂਸਰਾ ਵਿਅਕਤੀ ਜਿਹੜਾ ਹੈਗਾ ਜਾਂ ਕੋਈ ਵੀ ਸਟੇਟ ਜਿਹੜੀ ਹੈਗੀ ਹੈ, ਕੋਈ ਵੀ ਔਰਗਨਾਈਜੇਸ਼ਨ ਜਿਹੜੀ ਹੈਗੀ ਉਹ ਤੁਹਾਡੇ ਤੋਂ ਖੋਹ ਨਹੀਂ ਸਕਦੀ ਹੈਗੀ ਇਹਨਾਂ ਅਧਿਕਾਰਾਂ ਨੂੰ। ਰਾਈਟਸ ਆਰ ਰਿਕੋਗਨਾਈਜ਼ਡ ਐਂਡ ਇਨਫੋਰਸਡ ਬਾਈ ਦੀ ਸਟੇਟ। ਰਾਜ ਅਧਿਕਾਰ ਜਿਹੜੇ ਹੈਗੇ ਨੇ ਰਾਜ ਦੁਆਰਾ ਹੀ ਪ੍ਰਵਾਨ ਕੀਤੇ ਜਾਂਦੇ ਨੇ ਔਰ ਸਟੇਟ ਹੀ ਬੇਟਾ ਇਹਨਾਂ ਨੂੰ ਲਾਗੂ ਕਰਦਾ ਹੈ ਔਰ ਸਟੇਟ ਹੀ ਹੈ ਜਿਹੜਾ ਇਹਨਾਂ ਦੀ ਰਕਸ਼ਾ ਕਰਦਾ ਹੈ।
ਰਾਈਟਸ ਆਰ ਰਿਕੋਗਨਾਈਜ਼ਡ ਬਾਈ ਦੀ ਸੋਸਾਇਟੀ, ਅਧਿਕਾਰ ਸਮਾਜ ਦੁਆਰਾ ਪ੍ਰਮਾਣਿਤ ਕੀਤੇ ਜਾਂਦੇ ਨੇ। ਮੀਨਸ ਸਮਾਜਿਕ ਕਲਿਆਣ, ਵਿਅਕਤੀ ਦਾ ਸਮਾਜਿਕ ਕਲਿਆਣ ਜਿਹੜਾ ਹੈਗਾ ਇਹਦੇ ਵਿੱਚ ਛੁਪਿਆ ਹੁੰਦਾ ਹੈ ਸਟੇਟ ਦਾ। ਰਾਈਟਸ ਆਰ ਨਾਟ ਐਬਸੋਲੂਟ, ਅਧਿਕਾਰ ਅਸੀਮਿਤ ਨਹੀਂ ਹੁੰਦੇ। ਰਾਈਟਸ ਜਿਹੜੇ ਹੈਗੇ ਨੇ ਉਹ ਅਸੀਮਿਤ ਨਹੀਂ ਹੁੰਦੇ ਬੇਟਾ, ਕਿਸੇ ਨਾ ਕਿਸੇ ਰਾਈਟਸ ਦੇ ਨਾਲ ਜਿਹੜੀਆਂ ਹੈਗੀਆਂ ਕੋਈ ਨਾ ਕੋਈ ਜਿਹੜੀਆਂ ਹੈਗੀਆਂ ਲਿਮਿਟੇਸ਼ਨਸ ਜਿਹੜੀਆਂ ਹੈਗੀਆਂ ਉਹ ਜੁੜੇ ਹੁੰਦੀਆਂ ਹਨ। ਠੀਕ ਹੈ, ਰਾਈਟਸ ਜਿਹੜੇ ਹੈਗੇ ਨੇ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਜਿਹੜੀ ਲਿਮਿਟਸ ਦੇ ਨਾਲ ਜੁੜੇ ਹੁੰਦੇ ਨੇ। ਜਿਵੇਂ ਕਿ ਸਪੋਜ਼ ਅਸੀਂ ਕੇਵਲ ਉਹ ਅਧਿਕਾਰ ਹੀ ਮਾਣ ਸਕਦੇ ਹਨ ਜਾਂ ਜਿਹੜੇ ਸਮਾਜ ਦੁਆਰਾ ਪ੍ਰਵਾਨ ਹੋਣ ਜਾਂ ਰਾਜ ਦੁਆਰਾ ਜਿਨ੍ਹਾਂ ਦੀ ਰਾਖੀ ਕੀਤੀ ਜਾ ਸਕੇ, ਹੈ ਨਾ। ਅਸੀਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਸਮਾਜਿਕ ਹਿੱਤਾਂ ਦੇ ਵਿਰੁੱਧ ਨਹੀਂ ਕਰ ਸਕਦੇ, ਹੈ ਨਾ। ਰਾਜ ਸਮਾਜਿਕ ਹਿੱਤਾਂ ਅਤੇ ਰਾਜ ਦੇ ਹਿੱਤਾਂ ਦੀ ਨੂੰ ਮੁੱਖ ਰੱਖ ਕੇ ਹੀ ਮਾਣੇ ਜਾ ਸਕਦੇ ਹਨ। ਸੋ ਅਧਿਕਾਰ ਜਿਹੜੇ ਹੈਗੇ ਨੇ ਬੇਟਾ ਲਿਮਿਟਿਡ ਹੁੰਦੇ ਨੇ, ਇਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਹੈਗੀਆਂ ਉਹ ਲਗਾਈਆਂ ਜਾ ਸਕਦੀਆਂ। ਹੁਣ ਵਿਅਕਤੀ ਆਪਣੇ ਆਪ ਤੋਂ ਕਹੇ ਕਿ ਮੈਂ ਕਿਸੇ ਦਾ ਮਰਡਰ ਕਰ ਸਕਦਾ ਬਿਕੋਜ਼ ਆਈ ਡੋਂਟ ਲਾਈਕ ਦੈਟ ਪਰਸਨ, ਸੋ ਦਿਸ ਇਜ਼ ਨਾਟ ਦਾ ਰਾਈਟ। ਠੀਕ ਹੈ, ਰਾਈਟ ਉਹ ਨਹੀਂ ਹੁੰਦੇ ਜੋ ਇੱਕ ਵਿਅਕਤੀ ਦੇ ਖੁਦ ਦੇ ਲਈ ਖਤਰਨਾਕ ਬਣ ਜਾਣ ਜਾਂ ਸੁਸਾਇਟੀ ਲਈ ਖਤਰਨਾਕ ਬਣ ਜਾਣ। ਹਰ ਇੱਕ ਅਧਿਕਾਰ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਲਿਮਿਟੇਸ਼ਨ ਜਿਹੜੀ ਹੈਗੀ ਆ ਉਹ ਲੱਗੀ ਹੁੰਦੀ ਹੈ। ਠੀਕ ਹੈ, ਹੁਣ ਕਿਹਾ ਜਾਂਦਾ ਹੈ ਕਿ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਸੁਣ ਸਕਦੇ ਹੋ, ਹੈ ਨਾ, ਇਹ ਤੁਹਾਡਾ ਅਧਿਕਾਰ ਹੈ। ਲੇਕਿਨ ਮਿਊਜ਼ਿਕ ਜਿਹੜਾ ਕਿੰਨੀ ਕੁ ਵੋਲਿਊਮ 'ਚ ਸੁਣਨਾ ਹੈ ਇਸ ਦੀ ਲਿਮਿਟ ਹੈ। ਇਹ ਨਹੀਂ ਹੈ ਕਿ ਤੁਸੀਂ ਉੱਚੀ ਉੱਚੀ ਮਿਊਜ਼ਿਕ ਲਗਾ ਲਓ ਔਰ ਨਾਲ ਦਾ ਬੰਦਾ ਜੋ ਤੁਹਾਡੀ ਸਟੱਡੀ ਕਰ ਰਿਹਾ ਉਹ ਡਿਸਟਰਬ ਹੋਵੇ। ਸੋ ਇਸ ਤਰ੍ਹਾਂ ਦੀ ਜਿਹੜੀ ਲਿਮਿਟੇਸ਼ਨਸ ਨੇ ਉਹ ਹਰ ਇੱਕ ਰਾਈਟਸ ਦੇ ਨਾਲ ਜਿਹੜੀਆਂ ਹੈਗੀਆਂ ਉਹ ਜੁੜੀਆਂ ਹੁੰਦੀਆਂ ਨੇ। ਰਾਈਟਸ ਆਰ ਇਕੁਅਲ ਫॉर ਆਲ, ਰਾਈਟ ਸਭ ਦੇ ਲਈ ਬਰਾਬਰ ਹੈ। ਠੀਕ ਹੈ, ਰਾਈਟਸ ਆਰ ਇਕੁਅਲ ਫॉर ਆਲ whether they are belong to the different caste, different sex or different religion। ठीक है, everybody is equal before the rights। ठीक है, ਸੋ ਉਸ ਤੋਂ ਬਾਅਦ ਆਉਂਦਾ ਹੈ ਬੇਟਾ ਰਾਈਟਸ ਆਰ ਬੌਂਡ ਵਿਦ ਦ ਡਿਊਟੀ। ਹਰ ਇੱਕ ਰਾਈਟਸ ਜਿਹੜਾ ਹੈਗਾ ਉਸ ਦੇ ਨਾਲ ਕੋਈ ਨਾ ਕੋਈ ਕਰਤੱਵ ਜੁੜਿਆ ਹੁੰਦਾ ਹੈ। ਮੀਨਸ ਦੋਨੋਂ ਹੀ ਜਿਹੜੇ ਹੈਗੇ ਨੇ ਉਹ ਪੈਰਲਰ ਚੱਲਦੇ ਨੇ। ਸਪੋਜ਼ ਕਰੋ ਕਿਤੇ ਮੈਨੂੰ ਅਧਿਕਾਰ ਹੈ ਮੈਂ ਕਿਤੇ ਵੀ ਘੁੰਮ ਫਿਰ ਸਕਦੀ ਹਾਂ, ਹੈ ਨਾ। ਮੈਂ ਇੰਡੀਆ ਦੇ ਵਿੱਚ ਰਹਿੰਦੀ ਹਾਂ, ਮੈਂ ਇੰਡੀਆ ਦੇ ਵਿੱਚ ਕਿਤੇ ਵੀ ਘੁੰਮ ਫਿਰ ਸਕਦੀ ਹਾਂ। ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਸੜਕ ਦੇ ਵਿੱਚ ਵਿਚਾਲੇ ਘੁੰਮਾਂ। ਠੀਕ ਹੈ, ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਜਿਹੜਾ ਜਿਹਦਾ ਰਾਈਟ ਹੈ ਕਿਤੇ ਵੀ ਬਾਈ ਕਾਰ ਆਉਣ ਜਾਣ ਦਾ, ਤਾਂ ਉਹਦਾ ਰਾਈਟ ਜਿਹੜਾ ਹੈਗਾ ਉਹ ਡਿਸਟਰਬ ਹੋਏਗਾ। ਠੀਕ ਹੈ, ਸੋ ਹਰ ਇੱਕ ਅਧਿਕਾਰ ਚਾਹੇ ਕੋਈ ਵੀ ਅਧਿਕਾਰ ਤੁਸੀਂ ਲੈ ਲਓ ਬੇਟਾ, ਉਹਦੇ ਨਾਲ ਕੋਈ ਨਾ ਕੋਈ ਰਿਸਪੋਂਸੀਬਿਲਿਟੀ ਜਿਹੜੀ ਹੈਗੀ ਉਹ ਤੁਹਾਡੀ ਜੁੜੀ ਹੁੰਦੀ ਹੈ। ਰਾਈਟਸ ਕੀਪ ਔਨ ਚੇਂਜਿੰਗ ਵਿਦ ਦ ਟਾਈਮ, ਅਧਿਕਾਰ ਸਮੇਂ ਦੇ ਅਨੁਸਾਰ ਬਦਲਦੇ ਰਹਿੰਦੇ ਨੇ, ਸਮੇਂ ਅਤੇ ਸਥਿਤੀਆਂ ਦੇ ਅਨੁਸਾਰ ਬਦਲਦੇ ਜਾਂਦੇ ਨੇ। ਜਦੋਂ ਤੁਹਾਡੇ ਦੇਸ਼ ਦੇ ਵਿੱਚ ਰਾਜੇ ਮਹਾਰਾਜੇ ਸਨ ਉਦੋਂ ਤੁਹਾਡੇ ਅਧਿਕਾਰ ਕੁਛ ਹੋਰ ਸੀ। ਜਦੋਂ ਤੁਹਾਡੇ ਦੇਸ਼ ਦੇ ਵਿੱਚ ਕੌਨਸਟੀਟਿਊਸ਼ਨ ਬਣ ਗਿਆ ਉਸ ਤੋਂ ਬਾਅਦ ਤੁਹਾਡੇ ਅਧਿਕਾਰ ਜਿਹੜੇ ਸੀਗੇ ਉਹ ਬਦਲ ਗਏ ਨੇ। ਉਸ ਤੋਂ ਬਾਅਦ ਹੈ ਰਾਈਟਸ ਕੈਨ ਬੀ ਯੂਜ਼ਡ ਫॉर ਦੀ ਸੋਸ਼ਲ ਵੈਲਫੇਅਰ, ਅਧਿਕਾਰ ਸਮਾਜਿਕ ਹਿੱਤਾਂ ਦੇ ਲਈ ਵਰਤੇ ਜਾ ਸਕਦੇ ਨੇ। ਮਤਲਬ ਆਪਣੇ ਅਧਿਕਾਰ ਤੁਸੀਂ ਸੋਸ਼ਲ ਵੈਲਫੇਅਰ ਦੇ ਲਈ ਜਿਹੜੇ ਹੈਗੇ ਨੇ ਉਹ ਯੂਜ਼ ਕਰ ਸਕਦੇ ਹੋ। ਰਾਈਟਸ ਆਰ ਮੋਰਲ ਐਂਡ ਰੀਜ਼ਨੇਬਲ, ਅਧਿਕਾਰ ਨੈਤਿਕ ਅਤੇ ਉਚਿਤ ਹੁੰਦੇ ਨੇ। ਹਮੇਸ਼ਾ ਹੀ ਤੁਹਾਡੇ ਰਾਈਟਸ ਜਿਹੜੇ ਹੈਗੇ ਨੇ ਉਹ ਮੋਰੈਲਿਟੀ ਨਾਲ ਜੁੜੇ ਹੋਏ ਹੋਣਗੇ ਔਰ ਹਮੇਸ਼ਾ ਹੀ ਸਹੀ ਹੋਣਗੇ। ਅਧਿਕਾਰਾਂ ਦਾ ਕਲਿਆਣਕਾਰੀ ਸਰੂਪ, ਅਧਿਕਾਰ ਜਿਹੜੇ ਹੈਗੇ ਨੇ ਉਹ ਵੈਲਫੇਅਰ ਨੇਚਰ ਦੇ ਹੁੰਦੇ ਨੇ, ਕਿਉਂਕਿ ਅਗਰ ਕੋਈ ਵਿਅਕਤੀ ਆਪਣੇ ਅਧਿਕਾਰ ਨੂੰ ਲਿਮਿਟਸ ਦੇ ਵਿੱਚ ਰਹਿ ਕੇ ਮਾਣਦਾ ਹੈ ਇਟ ਮੀਨਸ ਉਹ ਦੂਸਰਿਆਂ ਦੇ ਲਈ ਵੈਲਫੇਅਰ ਦਾ ਕੰਮ ਕਰ ਰਿਹਾ ਹੈ। ਸੋ ਨੈਕਸਟ ਵੀ ਹੈਵ ਦ ਕਲਾਸੀਫਿਕੇਸ਼ਨ ਆਫ ਔਰ ਕਾਈਂਡਸ ਆਫ ਰਾਈਟਸ। ਰਾਈਟਸ ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਨੰਬਰ 1 ਨੈਚੁਰਲ ਰਾਈਟਸ, ਮੋਰਲ ਰਾਈਟਸ, ਲੀਗਲ ਰਾਈਟਸ ਐਂਡ ਫੰਡਾਮੈਂਟਲ ਰਾਈਟਸ। ਇਹਨੂੰ ਤੁਸੀਂ ਇਸ ਤਰ੍ਹਾਂ ਯਾਦ ਕਰੋ NMLF। NMLF ਦਾ ਮਤਲਬ N ਮੀਨਸ ਨੈਚੁਰਲ, M ਮੀਨਸ ਮੋਰਲ, L ਮੀਨਸ ਲੀਗਲ ਐਂਡ F ਮੀਨਸ ਫੰਡਾਮੈਂਟਲ ਰਾਈਟਸ। ਠੀਕ ਹੈ, ਸੋ ਦੀਜ਼ ਆਰ ਦੀ 4 ਰਾਈਟਸ। NMLF, N ਦਾ ਮਤਲਬ ਨੈਚੁਰਲ, M ਦਾ ਮਤਲਬ ਮੋਰਲ, L ਦਾ ਮਤਲਬ ਲੀਗਲ ਰਾਈਟਸ ਐਂਡ F ਦਾ ਮਤਲਬ ਫੰਡਾਮੈਂਟਲ ਰਾਈਟਸ। ਨਾਓ ਲੀਗਲ ਰਾਈਟਸ ਅਗੇਨ ਇਹਦੀਆਂ 3 ਟਾਈਪਸ ਨੇ ਬੇਟਾ, ਸਿਵਲ ਰਾਈਟਸ, ਇਕਨੋਮਿਕ ਰਾਈਟਸ ਐਂਡ ਪੋਲੀਟੀਕਲ ਰਾਈਟਸ। ਸਮਾਜਿਕ ਅਧਿਕਾਰ, ਆਰਥਿਕ ਅਧਿਕਾਰ ਅਤੇ ਰਾਜਨੀਤਿਕ ਅਧਿਕਾਰ। ਸਭ ਤੋਂ ਪਹਿਲਾਂ ਆਉਂਦੇ ਆ ਜੀ ਨੈਚੁਰਲ ਰਾਈਟਸ। ਨੈਚੁਰਲ ਰਾਈਟਸ ਕਿਹੜੇ ਹੁੰਦੇ ਨੇ ਬੇਟਾ? ਜੋ ਕੁਦਰਤੀ ਮਿਲੇ ਹੋਏ ਨੇ, ਜਿਸ ਨੂੰ ਕੋਈ ਇੰਸਟੀਟਿਊਸ਼ਨ ਨਹੀਂ ਤੁਹਾਨੂੰ ਦਿੰਦਾ, ਕੋਈ ਸਟੇਟ ਤੁਹਾਨੂੰ ਨਹੀਂ ਦਿੱਤੀ। ਜਿਵੇਂ ਜਨਮ ਲੈਣ ਦਾ ਅਧਿਕਾਰ, ਸਾਹ ਲੈਣ ਦਾ ਅਧਿਕਾਰ, ਇਹ ਸਾਰੇ ਜਿਹੜੇ ਅਧਿਕਾਰ ਨੇ ਇਹ ਕੁਦਰਤੀ ਅਧਿਕਾਰ ਨੇ ਜਿਹੜੇ ਤੁਹਾਨੂੰ ਇੱਕ ਕੁਦਰਤ ਨੇ ਦਿੱਤੇ ਨੇ। ਸਮਝ ਆ ਗਈ? ਪਰੰਤੂ ਅੱਜ ਦੇ ਯੁੱਗ ਦੇ ਵਿੱਚ ਕੁਦਰਤੀ ਅਧਿਕਾਰਾਂ ਦੇ ਸਿਧਾਂਤਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਕਿਉਂਕਿ ਸਟੇਟ ਉਹਨਾਂ ਅਧਿਕਾਰਾਂ ਨੂੰ ਹੀ ਮੰਨਦਾ ਹੈ ਜਿਹੜੇ ਤੁਹਾਨੂੰ ਸਟੇਟ ਨੇ ਦਿੱਤੇ ਨੇ। ਦੂਸਰੇ ਮੋਰਲ ਰਾਈਟਸ, ਨੈਤਿਕ ਰਾਈਟਸ, ਜਿਹੜੇ ਬੇਟਾ ਤੁਹਾਡੀ ਮੋਰੈਲਿਟੀ ਨਾਲ ਜੁੜੇ ਹੋਏ ਨੇ।
ਰਾਈਟਸ ਕਿਹੜੇ ਨੇ? ਉਹ ਅਧਿਕਾਰ ਜਿਹੜੇ ਕਿ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਨੈਤਿਕ ਅਧਿਕਾਰ ਕਿਹਾ ਜਾਂਦਾ ਹੈ। ਇਹਨਾਂ ਅਧਿਕਾਰਾਂ ਪਿੱਛੇ ਸਮਾਜ ਦੀ ਨੈਤਿਕ ਸ਼ਕਤੀ ਹੁੰਦੀ ਹੈ, ਪਰੰਤੂ ਰੱਜ ਦੀ ਕੋਈ ਕਾਨੂੰਨੀ ਸ਼ਕਤੀ ਨਹੀਂ ਹੁੰਦੀ। ਜਿਵੇਂ ਸਪੋਜ਼ ਕਰੋ, ਹਰ ਇੱਕ ਮਾਂ ਪਿਓ ਦਾ ਅਧਿਕਾਰ ਹੈ ਕਿ ਉਹ ਚੰਗਾ ਜੀਵਨ ਬਤੀਤ ਕਰਨ ਅਤੇ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਰਨ, ਲੇਕਿਨ ਅਗਰ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਨਹੀਂ ਕਰਦੇ ਵੱਡੇ ਹੋ ਕੇ, ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਨੂੰਨੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਠੀਕ ਹੈ। ਫੰਡਾਮੈਂਟਲ ਰਾਈਟਸ ਤੁਹਾਨੂੰ ਪਤਾ ਹੀ ਹੈ, ਫੰਡਾਮੈਂਟਲ ਰਾਈਟਸ ਉਹ ਰਾਈਟਸ ਨੇ ਜੋ ਤੁਹਾਨੂੰ ਸੰਵਿਧਾਨ ਵੱਲੋਂ ਦਿੱਤੇ ਗਏ ਨੇ। ਇਹ ਪੂਰੀ ਤਰ੍ਹਾਂ ਲੀਗਲ ਨੇ, ਕਾਨੂੰਨੀ ਅਧਿਕਾਰ ਨੇ। ਚੈਪਟਰ ਨੰਬਰ 3 ਦੇ ਵਿੱਚ ਤੁਹਾਨੂੰ ਦਿੱਤੇ ਗਏ ਨੇ। ਠੀਕ ਹੈ। ਆਰਟੀਕਲ ਨੰਬਰ 12 ਤੋਂ 35 ਤੱਕ ਤੁਹਾਨੂੰ ਦਿੱਤੇ ਗਏ ਨੇ। ਕਿਹੜੇ ਕਿਹੜੇ ਰਾਈਟਸ ਨੇ? ਰਾਈਟ ਆਫ ਇਕੁਆਲਿਟੀ, ਰਾਈਟ ਆਫ ਫਰੀਡਮ, ਰਾਈਟ ਟੂ ਅਗੇਂਸਟ ਐਕਸਪਲੋਟੇਸ਼ਨ, ਰਾਈਟ ਟੂ ਰਿਲੀਜੀਅਸ ਫਰੀਡਮ, ਕਲਚਰਲ ਐਂਡ ਐਜੂਕੇਸ਼ਨਲ ਰਾਈਟ ਐਂਡ ਰਾਈਟਸ ਟੂ ਦ ਕੌਨਸਟੀਟਿਊਸ਼ਨਲ ਰੈਮੇਡੀ। ਸਮਾਨਤਾ ਦੇ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਲੁੱਟ ਖਸੁੱਟ ਦੇ ਵਿਰੁੱਧ ਅਧਿਕਾਰ ਜਿਹੜਾ ਤੁਸੀਂ ਕਹਿੰਦੇ ਹੋ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿੱਦਿਆ ਦਾ ਅਧਿਕਾਰ ਅਤੇ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ। ਉਸ ਤੋਂ ਬਾਅਦ ਆਉਂਦਾ ਬੇਟਾ ਕਾਨੂੰਨੀ ਅਧਿਕਾਰ ਕਿਹੜੇ ਹੁੰਦੇ ਨੇ? ਉਹ ਅਧਿਕਾਰ ਜਿਨ੍ਹਾਂ ਦੇ ਪਿੱਛੇ ਕਾਨੂੰਨੀ ਸ਼ਕਤੀ ਹੁੰਦੀ ਹੈ, ਜਿਨ੍ਹਾਂ ਪਿੱਛੇ ਕਾਨੂੰਨ ਦਾ ਡਰ ਹੁੰਦਾ ਹੈ। ਅਗਰ ਲੋਕ ਇਹਨਾਂ ਰਾਈਟਸ ਨੂੰ ਜਿਹੜਾ ਗਲਤ ਇਸਤੇਮਾਲ ਕਰਦੇ ਹੈ ਤਾਂ ਕਾਨੂੰਨ ਜਿਹੜਾ ਹੈਗਾ ਉਹਨਾਂ ਨੂੰ ਸਜ਼ਾ ਦਿੰਦਾ ਹੈ। ਇਹਦੇ ਵਿੱਚ 3 ਤਰ੍ਹਾਂ ਦੇ ਰਾਈਟਸ ਆਉਂਦੇ ਨੇ ਬੇਟਾ: ਸਮਾਜਿਕ ਅਧਿਕਾਰ, ਆਰਥਿਕ ਅਧਿਕਾਰ ਅਤੇ ਰਾਜਨੀਤਿਕ ਅਧਿਕਾਰ। ਸਮਾਜਿਕ ਅਧਿਕਾਰ ਉਹ ਜੋ ਸਮਾਜ ਵਿੱਚ ਰਹਿੰਦੇ ਹੋਏ ਇੱਕ ਵਿਅਕਤੀ ਮਾਣਦਾ ਹੈ। ਹੁਣ ਸਮਾਜ ਵਿੱਚ ਰਹਿੰਦੇ ਹੋਏ ਕਿਹੜੇ ਅਧਿਕਾਰ ਮਾਣਦੇ ਹੋ ਤੁਸੀਂ? ਜੀਵਨ ਜੀਣ ਦਾ ਅਧਿਕਾਰ, ਫੈਮਿਲੀ ਬਣਾਉਣ ਦਾ ਅਧਿਕਾਰ, ਪਰਸਨਲ ਸੁਤੰਤਰਤਾ ਤੁਹਾਡੀ, ਸਿੱਖਿਆ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਕਿਸੇ ਵੀ ਧਰਮ ਨੂੰ ਅਪਣਾਉਣ ਦਾ ਅਧਿਕਾਰ, ਘੁੰਮਣ ਫਿਰਨ ਦਾ ਅਧਿਕਾਰ, ਹੈ ਨਾ, ਵਿਚਾਰ ਪ੍ਰਗਟ ਕਰਨ ਦਾ ਅਧਿਕਾਰ, ਪ੍ਰੈਸ ਦੀ ਸੁਤੰਤਰਤਾ, ਨਿਆਂ ਪ੍ਰਾਪਤ ਕਰਨ ਦਾ ਅਧਿਕਾਰ, ਕੋਈ ਵੀ ਆਰਗੇਨਾਈਜੇਸ਼ਨ ਕਰਨ ਦਾ ਅਧਿਕਾਰ, ਰਾਈਟ ਟੂ ਕੰਟਰੈਕਟ ਕਰਨ ਦਾ ਅਧਿਕਾਰ, ਘਰੇਲੂ ਮਾਮਲਿਆਂ ਵਿੱਚ ਸੁਤੰਤਰਤਾ ਦਾ ਅਧਿਕਾਰ, ਸਮਾਜਿਕ ਸੁਰੱਖਿਆ ਦਾ ਅਧਿਕਾਰ, ਸੇਵਾ ਦਾ ਅਧਿਕਾਰ। ਤੋਂ ਸਾਰੇ ਜਿਹੜੇ ਰਾਈਟਸ ਨੇ ਮੀਨਸ ਬੀਇੰਗ ਅ ਸੋਸ਼ਲ ਸਿਟੀਜ਼ਨ, ਬੀਇੰਗ ਅ ਪਾਰਟ ਆਫ ਦੀ ਸੋਸਾਇਟੀ, ਜੋ ਤੁਸੀਂ ਰਾਈਟਸ ਇੰਜੋਏ ਕਰਦੇ ਹੋ, ਦੈਟ ਇਜ਼ ਕਾਲਡ ਦ ਸਿਵਲ ਰਾਈਟਸ। ਨਾਓ ਵੀ ਆਰ ਡਿਸਕਸ ਅਬਾਊਟ ਦੀ ਇਕਨੋਮਿਕ ਰਾਈਟ। ਇਕਨੋਮਿਕ ਰਾਈਟ ਜਿਹੜੇ ਤੁਹਾਡੇ ਪੈਸੇ ਨਾਲ ਰਿਲੇਟਡ ਹੁੰਦੇ ਨੇ, ਲਾਈਕ ਕੰਮ ਕਰਨ ਦਾ ਅਧਿਕਾਰ, ਠੀਕ ਹੈ, ਉਚਿਤ ਮਜ਼ਦੂਰੀ ਪ੍ਰਾਪਤ ਕਰਨ ਦਾ ਅਧਿਕਾਰ ਕਿ ਜਿੰਨਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਉਨੇ ਵੇਜਿਸ ਮਿਲਣ, ਸੰਪੱਤੀ ਦਾ ਅਧਿਕਾਰ, ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਆਰਾਮ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਇਕਨੋਮਿਕ ਸਿਕਿਉਰਿਟੀ ਦਾ ਅਧਿਕਾਰ, ਕੰਮ ਦੇ ਨਿਸ਼ਚਿਤ ਘੰਟੇ, ਜੇ ਤੁਸੀਂ ਓਵਰ ਟਾਈਮ ਕਰਦੇ ਹੋ ਤਾਂ ਤੁਹਾਨੂੰ ਓਵਰ ਟਾਈਮ ਦੇ ਪੈਸੇ ਜਿਹੜੇ ਮਿਲਣੇ ਚਾਹੀਦੇ ਨੇ। ਜਦੋਂ ਕੰਮ ਮਿਲਿਆ ਜਾਂਦਾ ਹੈ ਤਾਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਸਕ੍ਰਿਮੀਨੇਸ਼ਨ ਨਾ ਹੋ। ਸੋ ਦੈਟ ਇਜ਼ ਕਾਲਡ ਇਕਨੋਮਿਕ, ਜਿਹੜੀ ਤੁਹਾਡੀ ਵੈਲਥ ਨਾਲ ਜੁੜਿਆ ਹੋਇਆ, ਜਿਹੜਾ ਤੁਹਾਡੇ ਪੈਸੇ ਨਾਲ ਜੁੜੇ ਹੋਏ ਨੇ। ਪੋਲੀਟੀਕਲ ਰਾਈਟਸ ਵਿਚ ਆਰ ਰਿਲੇਟਡ ਵਿਦ ਦ ਪੋਲੀਟਿਕਸ, ਠੀਕ ਹੈ, ਕਿ ਚੁਣਾਵ ਲੜਨ ਦਾ ਅਧਿਕਾਰ, ਮਤ ਦਾ ਪ੍ਰਯੋਗ ਕਰਨ ਦਾ ਅਧਿਕਾਰ, ਠੀਕ ਹੈ, ਪੋਲੀਟੀਕਲ ਪਾਰਟੀਜ਼ ਬਣਾਉਣ ਦਾ ਅਧਿਕਾਰ, ਚੁਣਾਵ ਲੜਨ ਦਾ ਅਧਿਕਾਰ, ਰੈਲੀਜ਼ ਦੇ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ, ਠੀਕ ਹੈ, ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ, ਠੀਕ ਹੈ, ਰਾਈਟਸ ਟੂ ਪਿਟੈਂਸ਼ਨ ਮਤਲਬ RTI ਜਿਹੜਾ ਤੁਸੀਂ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ, ਠੀਕ ਹੈ। ਇਹ ਸਾਰੇ ਜਿਹੜੇ ਰਾਈਟਸ ਨੇ, ਇਹ ਕਿਹੜੇ ਰਾਈਟਸ ਨੇ ਬੇਟਾ? ਤੁਹਾਡੇ ਪੋਲੀਟੀਕਲ ਰਾਈਟਸ। ਨਾਓ ਨੈਸੈਸਰੀ ਅਰੇਂਜਮੈਂਟ ਫॉर द ਪ੍ਰੋਟੈਕਸ਼ਨ ਆਫ ਦ ਰਾਈਟਸ। ਇਹਨਾਂ ਦੀ ਸੁਰੱਖਿਆ ਦੇ ਲਈ ਕਿਹੜੇ ਕਿਹੜੇ ਪ੍ਰਬੰਧ ਜਿਹੜੇ ਹੈਗੇ ਨੇ ਉਹ ਕੀਤੇ ਗਏ ਨੇ। ਨੰਬਰ 1, ਇਨਕਲੂਸਿਵ ਆਫ ਰਾਈਟ ਇਨ ਦ ਕੌਨਸਟੀਟਿਊਸ਼ਨ। ਇਹ ਤੁਹਾਡੇ ਕੌਨਸਟੀਟਿਊਸ਼ਨ ਦੇ ਵਿੱਚ ਜੁੜੇ ਹੋਏ ਨੇ। ਇਹਨਾਂ ਨੂੰ ਚੇਂਜ ਕਰਨ ਦੀ ਔਖੀ ਵਿਧੀ ਹੈ। ਪ੍ਰੋਵੀਜ਼ਨ ਆਫ ਦ ਕੌਨਸਟੀਟਿਊਸ਼ਨਲ ਰੈਮੇਡੀ, ਸੰਵਿਧਾਨਿਕ ਸੁਰੱਖਿਆਵਾਂ ਦਾ ਅਧਿਕਾਰ ਪ੍ਰਾਪਤ ਹੈ। ਤੁਹਾਡੀ ਜੁਡੀਸ਼ਰੀ ਇੰਡੀਪੈਂਡੈਂਸ ਹੈ, ਠੀਕ ਹੈ, ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਿਹੜੇ ਫੈਸਲੇ ਨਹੀਂ ਲਿੱਤੇ ਜਾਂਦੇ। ਅਧਿਕਾਰਾਂ ਦੇ ਵਿਰੁੱਧ ਕੋਈ ਵੀ ਕਾਨੂੰਨ ਬਣਾਉਣ ਦੀ ਮਨਾਹੀ ਜਿਹੜੀ ਹੈਗੀ ਉਹ ਕੀਤੀ ਗਈ ਹੈ। ਵਿਜੀਲੈਂਟ ਸਿਟੀਜ਼ਨਸ ਨੇ, ਡੈਮੋਕ੍ਰੈਟਿਕ ਗਵਰਨਮੈਂਟ ਹੈ, ਪਾਵਰਸ ਦੀ ਸੈਪਰੇਸ਼ਨ ਕੀਤੀ ਗਈ ਹੈ, ਸਟਰੋਂਗ ਓਪੋਜੀਸ਼ਨ ਪਾਰਟੀ ਹੈ, ਓਨੈਸਟ ਪ੍ਰੈਸ ਹੈ ਜਿਹੜੀ ਟਾਈਮ ਟੂ ਟਾਈਮ ਸਰਕਾਰ ਦੀ ਗਤੀਵਿਧੀਆਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੀ ਹੈ। ਲਾਸਟ ਬਟ ਨਾਟ ਦ ਲੀਸਟ, ਰਾਈਟ ਟੂ ਇਨਫੋਰਮੇਸ਼ਨ, ਕਿ ਤੁਸੀਂ ਕਿਸੇ ਵੀ ਡਿਪਾਰਟਮੈਂਟ ਤੋਂ RTI ਦੇ ਤਹਿਤ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਆਉਂਦੇ ਬੇਟਾ ਡਿਊਟੀਜ਼, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ, ਠੀਕ ਹੈ।